This is a Red FM Vancouver podcast. Make sure you hit subscribe for more great content. For further info, log on to redfm.ca. ਚਲੰਤ ਮਾਮਲਿਆਂ ਦੇ ਵਿੱਚ ਜਿਹੜੀ ਖਾਸ ਤੌਰ 'ਤੇ ਸਾਡੇ ਨੈਸ਼ਨਲ ਲੈਵਲ 'ਤੇ ਗੱਲ ਚੱਲ ਰਹੀ ਹੈ, ਉਹ ਤਾਂ ਹਾਲੇ ਤੱਕ ਵੀ ਜਿਹੜੀ ਰੱਦੋ ਬਦਲ ਹੋਈ ਹੈ ਫਾਈਨੈਂਸ ਮਿਨਿਸਟਰੀ ਦੇ ਵਿੱਚ। ਨਵੇਂ ਮਿਨਿਸਟਰ ਆਏ ਨੇ ਜਿਹੜੇ ਕਿ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ। ਉਹਨਾਂ ਨੇ ਹੁਣ ਕਈ ਕਿਸਮ ਦੇ ਰੈਜ਼ੋਲੂਸ਼ਨ ਪਾਸ ਕਰਨੇ ਨੇ। ਜ਼ਿੰਮੇਵਾਰੀ ਬਹੁਤ ਵੱਡੀ ਹੈ। ਬੇਸ਼ੱਕ ਆਲੋਚਕ ਜੋ ਮਰਜ਼ੀ ਕਹੀ ਜਾਂਦੇ ਨੇ, ਲੇਕਿਨ ਹੁਣ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਜਿਹੜੀ ਜ਼ਿੰਮੇਵਾਰੀ ਉਹਨਾਂ 'ਤੇ ਪਈ ਹੋਈ ਹੈ ਅਤੇ ਉਸ ਨੂੰ ਕਿਵੇਂ ਨਜਿੱਠਿਆ ਜਾਵੇ। ਬਿਲ ਮੋਰਨੋ ਬੇ ਸਟਰੀਟ ਦੇ ਵਕੀਲ ਬੇ ਸਟਰੀਟ ਦੇ ਉੱਤੇ ਕੰਮ ਕਰਦੇ ਰਹੇ ਨੇ। ਉਹਨਾਂ ਨੂੰ ਜ਼ਿਆਦਾ ਪਤਾ ਸੀ ਇਕਨੋਮਿਕਸ ਬਾਰੇ ਜਾਂ ਇਕੋਨਮੀ ਬਾਰੇ, ਪਰ ਨਾਲ ਦੀ ਨਾਲ ਹੋਰ ਕਈ ਸਮੱਸਿਆਵਾਂ ਸੀ ਕਈ ਉਹਨਾਂ ਦੀਆਂ, ਜਿਸ ਕਰਕੇ ਅਸਤੀਫਾ ਉਹ ਦੇ ਗਏ ਹਨ। ਲੇਕਿਨ ਹੁਣ ਜਿਹੜੀ ਨਵੇਂ ਮਿਨਿਸਟਰ ਨੇ ਉਹ ਕਿਵੇਂ ਇਸ ਨੂੰ ਹੈਂਡਲ ਕਰਦੇ ਨੇ, ਇਹ ਗੱਲ ਵੇਖਣ ਵਾਲੀ ਰਹੇਗੀ। ਆਮ ਤੌਰ 'ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ੍ਹ ਵੀ ਦੱਸ ਰਿਹਾ ਸੀ ਪਹਿਲਾਂ ਕਿ ਪ੍ਰਧਾਨ ਮੰਤਰੀ ਫਾਈਨੈਂਸ ਮਿਨਿਸਟਰ ਜਿਹੜਾ ਪੋਰਟਫੋਲੀਓ ਆਫ ਫਾਈਨੈਂਸਿੰਗ ਦਾ ਉਸੇ ਵਿਅਕਤੀ ਨੂੰ ਦਿੰਦੇ ਨੇ ਜਿਹਦੇ ਉਹ ਬਹੁਤ 100% 110% ਭਰੋਸਾ ਕਰਦੇ ਹੋਣ, ਅਤੇ ਆਮ ਤੌਰ 'ਤੇ ਉਹ ਵਿਅਕਤੀ ਅਗਲਾ ਪ੍ਰਾਈਮ ਮਿਨਿਸਟਰ ਹੋਇਆ ਕਰਦਾ ਹੈ। ਲੇਕਿਨ ਇਸ ਕੇਸ ਦੇ ਵਿੱਚ ਉਹ ਆਲਰੇਡੀ ਡਿਪਟੀ ਪ੍ਰਾਈਮ ਮਿਨਿਸਟਰ ਨੇ, ਪਰ ਉਹ ਕਿਸ ਤਰੀਕੇ ਨਾਲ ਹੈਂਡਲ ਕਰਨਗੇ। ਜਿਹੜੀ ਵੀ ਜਾਣਕਾਰੀ ਨਿਕਲ ਰਹੀ ਹੈ ਉਹ 5000 ਡਾਕੂਮੈਂਟਸ ਦੇ ਵਿੱਚ, ਉਹਦੇ 'ਚ ਹਾਲੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਆਈ। ਹਾਂ, ਬਿਊਰੋਕਰੈਟਸ ਨੂੰ ਜਿਹੜੇ ਵੀ ਚੈਰਿਟੀ ਦੇ ਇੰਪਲੋਈ ਸੀ, ਉਹ ਜਿਹੜੇ ਟੌਪ ਦੇ ਬਿਊਰੋਕਰੈਟਸ ਸਨ, ਸਿਵਲ ਸਰਵੈਂਟ ਸਨ, ਉਹਨਾਂ ਨੂੰ ਫਸਟ ਨੇਮ ਨਾਲ ਸੰਬੋਧਨ ਕਰਦੇ ਨੇ। ਕਿਲਬਰਗਰ ਬ੍ਰਦਰਜ਼ ਜਿਹੜੇ ਮਿਨਿਸਟਰ ਸੀਗੇ ਬਿਲ ਮੋਰਨੋ, ਉਹਨਾਂ ਨੂੰ ਫਸਟ ਨੇਮ ਨਾਲ ਸੰਬੋਧਨ ਕਰਦੇ ਨੇ, ਬਿਲ ਕਹਿ ਕੇ ਪੁਕਾਰਦੇ ਨੇ। ਹੁਣ ਇਸ ਤਰ੍ਹਾਂ ਦੀ ਜਾਣਕਾਰੀ ਹਾਲੇ ਨਿਕਲ ਰਹੀ ਹੈ, ਲੇਕਿਨ ਇਸ ਤਰ੍ਹਾਂ ਦਾ ਕੋਈ ਧਮਾਕਾ ਨਹੀਂ ਹੋਇਆ ਹਾਲੇ, ਕਿਉਂਕਿ ਡਾਕੂਮੈਂਟ ਵੀ ਬਹੁਤ ਨੇ। ਇਹ ਦਸਤਾਵੇਜ਼ 5000 ਦਸਤਾਵੇਜ਼ ਨੇ, ਉਹਨਾਂ ਨੂੰ ਪੜ੍ਹਨਾ, ਉਹਨਾਂ ਨੂੰ ਐਨਾਲਾਈਜ਼ ਕਰਨਾ। ਸ਼ਾਇਦ ਇਹ ਪਹਿਲੀ ਵਾਰੀ ਨਾ ਹੋ ਰਿਹਾ ਹੋਵੇ, ਜਦੋਂ ਨੇ ਪ੍ਰੋਵਾਈਡ ਕੀਤੇ ਆ ਉਹਨਾਂ ਨੇ ਵੀ ਪੜ੍ਹ ਕੇ ਦਿੱਤੇ ਹੋਣੇ ਆ, ਔਰ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਆ ਕਿ ਇਹਦੇ ਵਿੱਚ ਜਿਹੜੀ ਕੋਈ ਕਰੂਸ਼ੀਅਲ ਜਾਣਕਾਰੀ ਹੋਣੀ ਹੈ, ਸ਼ਾਇਦ ਉਹ ਸ਼ਰੈਡੀ ਕਰ ਦਿੱਤੀ ਗਈ ਹੋਵੇ, ਕਿਉਂਕਿ ਇਹ ਜਿਹੜੀ ਡਾਕੂਮੈਂਟਸ ਨੇ ਜਿਸ ਤਰੀਕੇ ਨਾਲ ਅਬਟੇਨ ਕੀਤੇ ਗਏ ਨੇ ਕਾਹਲੀ ਨਾਲ, ਉਹਨਾਂ ਦੇ ਉੱਤੇ ਪੂਰੀ ਸੰਤੁਸ਼ਟੀ ਨਹੀਂ ਹਾਲੇ ਕੀਤੀ ਜਾ ਸਕਦੀ, ਲੇਕਿਨ ਲੱਭ ਰਹੇ ਨੇ। ਉਸ ਦੇ ਵਿੱਚੋਂ ਕੋਈ ਨਾ ਕੋਈ ਚੀਜ਼ ਇਹੋ ਜਿਹੀ ਉਹ ਲੱਭਣਾ ਚਾਹੁੰਦੇ ਨੇ ਜਿਹੜੀ ਕਿ ਪ੍ਰਧਾਨ ਮੰਤਰੀ ਦੇ ਵਿਰੁੱਧ ਵਰਤੀ ਜਾ ਸਕੇ। ਵੈਸੇ ਕਮੇਟੀਆਂ ਸਾਰੀਆਂ ਰੱਦ ਹੋ ਚੁੱਕੀਆਂ ਨੇ, ਪਰ ਜਿਹੜੇ ਆਪੋਜੀਸ਼ਨ ਵਾਲੇ ਨੇ ਉਹ ਹਾਲੇ ਇਸ ਦੇ 'ਤੇ ਕੰਮ ਕਰ ਰਹੇ ਨੇ। ਖਾਸ ਤੌਰ 'ਤੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਮਿਸਟਰ ਪੋਲੀਵਰ ਵਰਗੇ ਕਈ ਲੋਕ ਨੇ ਜਿਹੜੇ ਬੜੇ ਜ਼ਲੈਟ ਨੇ, ਜਿਹੜੇ ਬਹੁਤ ਤੇਜ਼ੀ ਨਾਲ ਇਸ ਦੇ ਉੱਤੇ ਕੰਮ ਕਰ ਰਹੇ ਹਨ। ਦੂਸਰੀ ਹੋਰ ਕਈ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਉੱਥੋਂ ਕਿ ਆਟਵਾ ਨੇ ਕਈ ਹੋਰ ਪੋਲਿਸੀਜ਼ ਨੇ ਜਿਹੜੀਆਂ ਨਿਰਧਾਰਿਤ ਕਰਨੀਆਂ ਨੇ। ਖਾਸ ਤੌਰ ਦੇ ਉੱਤੇ ਇਸ ਵੇਲੇ ਉਹਨਾਂ ਦੇ ਮੂਹਰੇ ਜਿਹੜਾ ਸਭ ਤੋਂ ਵੱਡਾ ਕੰਮ ਉਹ ਇਹ ਆ ਕਿ ਸਰਬ ਖਤਮ ਹੋ ਜਾਣਾ। ਕਿੰਨੇ ਮਿਲੀਅਨ ਲੋਕ ਇਹ ਸਰਬ ਲੈ ਰਹੇ ਨੇ, ਉਹਦੇ ਵਿੱਚੋਂ ਜਦੋਂ ਇਹਨੂੰ EI 'ਚ ਤਬਦੀਲ ਕਰਨਾ ਤਾਂ ਬਹੁਤ ਸਾਰੇ ਲੋਕਾਂ ਨੇ ਕੁਆਲੀਫਾਈ ਨਹੀਂ ਕਰ ਸਕਣਾ, ਜਿਹੜੇ ਸਰਬ ਲਈ ਕੁਆਲੀਫਾਈ ਕਰਦੇ ਸਨ। ਜਿਹੜੇ ਕੁਆਲੀਫਾਈ ਵੀ ਕਰ ਗਏ ਉਹਨਾਂ ਨੂੰ $2000 ਨਹੀਂ ਮਿਲਣਾ, ਉਹਨਾਂ ਨੂੰ ਪੈਸੇ ਘੱਟ ਮਿਲਣੇ ਨੇ। ਹੁਣ ਇਸ ਦੇ ਵਿੱਚ ਕੀ ਤਬਦੀਲੀ ਕੀਤੀ ਜਾ ਸਕਦੀ ਆ? ਹੁਣ NDP ਦੇ ਲੀਡਰ ਨੇ ਜਿਹੜੇ ਸਰ ਜਗਮੀਤ ਸਿੰਘ, ਉਹ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਪਣੀ ਪੋਜੀਸ਼ਨ ਦਾ ਫਾਇਦਾ ਉਠਾਉਂਦਿਆਂ ਹੋਇਆਂ ਕੋਈ ਐਸਾ ਫੈਸਲਾ ਲਿਬਰਲ ਪਾਰਟੀ ਤੋਂ ਕਰਾ ਸਕਣ ਜਿਸ ਦੇ ਨਾਲ ਇਹ ਜਿਹੜਾ ਸਰਬ ਦੇ ਵਰਗੀ ਰਕਮ ਸੀ ਉਹ ਮਿਲਦੀ ਰਹਿ ਸਕੇ। ਕਈ ਤਾਂ ਇਹ ਵੀ ਗੱਲ ਕਰ ਰਹੇ ਨੇ ਕਿ ਇਸ ਨੂੰ ਇੱਕ ਪਰਮਾਨੈਂਟ ਫੀਚਰ ਬਣਾ ਦਿੱਤਾ ਜਾਏ, ਇੱਕ ਯੂਨੀਵਰਸਲ ਇੱਕ ਬੈਨੀਫਿਟ ਬਣਾ ਦਿੱਤਾ ਜਾਏ ਸਰਬ ਨੂੰ, ਕਿ ਹਮੇਸ਼ਾ ਹੀ ਮਿਲਦਾ ਰਹੇ। ਅੱਜ ਜਗਮੀਤ ਸਿੰਘ ਹੋਰੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਉਹ ਦੱਸਣਗੇ ਅੱਜ ਕਿ ਕੀ ਇਹਦੇ ਲਈ ਕੀਤਾ ਜਾ ਸਕਦਾ ਹੈ। ਸਰ ਜਗਮੀਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਥਿੰਦ ਸਾਹਿਬ, ਤੁਹਾਨੂੰ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੁਣ ਜਿਹੜਾ ਰੀਸੈਂਟਲੀ ਆਟਵਾ ਦੇ ਵਿੱਚ ਰੱਦੋ ਬਦਲ ਹੋਈ ਹੈ, ਇਸ ਦੇ ਬਾਰੇ ਸਾਨੂੰ ਕੀ ਦੱਸ ਸਕਦੇ ਹੋ ਤੁਸੀਂ? ਜੀ, ਜੋ ਹੋ ਰਿਹਾ ਸਾਰੇ ਜ਼ਿਆਦਾ ਸਿਚੁਏਸ਼ਨ ਕੋਲਮ ਲੈ ਰਹੀ ਹੈ ਕਿ ਜੋ ਲਿਬਰਲ ਸਰਕਾਰ ਕਰ ਰਹੀ ਹੈ ਇਸ ਵਕਤ, ਉਹ ਆਪਸ ਲੜ ਰਹੇ ਨੇ, ਉਹ ਸਕੈਂਡਲ 'ਚ ਫਸੇ ਹੋਏ ਨੇ, ਅਤੇ ਸਾਰਾ ਹੀ ਉਹਨਾਂ ਦੇ ਆਪਣੇ ਬੈਨੀਫਿਟ ਵਾਸਤੇ ਆਪਣੇ ਆਪ 'ਤੇ ਧਿਆਨ ਰੱਖਦੇ ਨੇ। ਅਤੇ ਹਾਲਾਂਕਿ ਲੋੜ ਹੈ ਕਿ ਆਪਾਂ ਲੋਕਾਂ ਬਾਰੇ ਧਿਆਨ ਰੱਖੀਏ, ਕਿ ਬਿਜ਼ਨਸਿਸ ਬਾਰੇ, ਸਮਾਲ ਬਿਜ਼ਨਸਿਸ ਅਤੇ ਆਮ ਬੰਦਾ ਜਿਹਨੂੰ ਇਸ ਵਕਤ ਬਹੁਤ ਪਰੇਸ਼ਾਨੀਆਂ ਨੇ।
ਸੋ ਇਸ ਕਰਕੇ ਜਿਹੜਾ ਚੇਂਜ ਹੋਇਆ, ਚਲੋ ਇੱਕ ਤਾਂ ਮੈਂ ਮੰਨ ਲੈਂਦਾ ਕਿ ਮਾਣ ਵਾਲੀ ਗੱਲ ਹੈ ਕਿ ਇੱਕ ਔਰਤ ਇਸ ਆਰਥਿਕ ਮੰਤਰੀ ਪੋਜੀਸ਼ਨ ਤੇ ਪਹੁੰਚ ਕੇ ਮਾਣ ਵਾਲੀ ਗੱਲ ਹੈ, ਤੇ ਕ੍ਰਿਸਟੀਆ ਫਰੀਲੈਂਡ ਵਧੀਆ ਕੰਮ ਕਰਦੇ ਨੇ। ਪਰ ਅਸਲ 'ਚ ਲਿਬਰਲ ਸਰਕਾਰ ਉਹੀ ਹੈ ਤੇ ਉਹੀ ਮੰਤਰੀ ਹੈ ਜਿਨ੍ਹਾਂ ਨੇ ਜਿੰਨੇ ਵੀ ਸਕੈਂਡਲਸ ਉਹਦੇ ਕੈਬਨਿਟ ਟੇਬਲ ਤੇ ਬੈਠੀ ਸੀਗੇ, SNC ਲਾਵਲਿਨ, ਹੁਣ ਜਿਹੜਾ ਵੀ ਸਕੈਂਡਲ, ਉੱਥੇ ਪ੍ਰਧਾਨ ਮੰਤਰੀ ਤੇ ਡੈਪੂਟੀ ਪ੍ਰਾਈਮ ਮਿਨਿਸਟਰ ਸਾਰੇ ਉੱਥੇ ਹੀ ਸੀਗੇ ਜਦੋਂ ਇਹ ਸਾਰੇ ਸਕੈਂਡਲ ਹੋਈਆਂ। ਸੋ ਸੇਮ ਲੋਕ ਨੇ, ਸੋ ਉਹਦਾ ਬਦਲਾਅ ਦੇ ਨਾਲ ਕੁਛ ਫਰਕ ਨਹੀਂ ਹੋਣਾ ਆਮ ਬੰਦਿਆਂ ਵਾਸਤੇ। ਫਿਰ ਜਗਮੀਤ ਸਿੰਘ ਜੀ, ਜੇ ਸਾਰੇ ਸਕੈਂਡਲਾਂ ਦੇ ਵਿੱਚ ਸ਼ਾਮਲ ਨੇ, ਫਿਰ ਚੰਗਾ ਕੰਮ ਕਿਵੇਂ ਕਰਦੇ ਨੇ? ਨਹੀਂ, ਉਹ ਇੱਕ ਇਨਸਾਨ ਤੌਰ ਤੇ ਮੈਂ ਮੰਨਦਾ ਕਿ ਇੱਕ ਕੇਪੇਬਲ ਮਿਨਿਸਟਰ ਆ, ਪਰ ਚੰਗਾ ਕੰਮ ਨਹੀਂ ਕਰਦੇ ਜਿੱਦਾਂ ਆਪਾਂ ਉਹ ਤੋਂ ਕਰਾਇਆ। ਅਸਲ ਜੀ ਮੈਂ ਸੱਚੀ ਗੱਲ ਕਰਾਂ, ਜਿੰਨੇ ਵੀ ਉਪਰਾਲੇ ਹੋਏ, ਵੇਜ ਸਬਸਿਡੀ ਤੋਂ ਲੈ ਕੇ ਸਰਵ ਤੋਂ ਲੈ ਕੇ ਸਟੂਡੈਂਟਸ ਦੇ ਜਿਹੜੇ ਯੂਨੀਵਰਸਿਟੀ ਜਾਂਦੇ ਨੇ ਬੱਚੇ, ਉਹਨਾਂ ਦੀ ਹੈਲਪ, ਸੀਨੀਅਰਸ, ਡਿਸੇਬਿਲਿਟੀ, ਸਾਰਾ ਹੀ ਜਿੱਥੇ ਵੀ ਕੋਈ ਉਪਰਾਲਾ ਹੋਇਆ ਜਾਂ ਤਾਂ ਆਪਾਂ ਉਹਨੂੰ ਪੇਸ਼ ਕੀਤਾ ਜਾਂ ਆਪਾਂ ਉਹਨੂੰ ਵਧੀਆ ਬਣਾਇਆ। ਇਹ ਹੈ। ਸੋ ਆਪਾਂ ਹੀ COVID-19 ਦਾ ਰਿਸਪਾਂਸ ਨੂੰ ਬਿਹਤਰ ਬਣਾਇਆ, ਚੰਗਾ ਬਣਾਇਆ, ਤੇ ਲੋਕਾਂ ਦੇ ਹੱਕਾਂ ਵਾਸਤੇ ਕੁਛ ਨੁਮਾਇੰਦਗੀ ਕੀਤੀ ਆ, ਤੇ ਆਪਾਂ ਫੋਰਸ ਕੀਤਾ ਕਿ ਇਹ ਵਿਜ਼ਨ ਲੋਕਾਂ ਵਾਸਤੇ ਹੋਵੇ। ਅੱਛਾ ਸਰ ਜਗਮੀਤ ਸਿੰਘ ਜੀ, ਇੱਕ ਗੱਲ ਮੈਂ ਜ਼ਰੂਰ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ। ਕੱਲ੍ਹ ਅਸੀਂ ਓਪਨ ਲਾਈਨ ਕਰ ਰਹੇ ਸਾਂ ਤਾਂ ਓਪਨ ਲਾਈਨ ਦੇ ਵਿੱਚ ਇੱਕ ਸਿੱਖ ਬੀਬੀ ਤੁਹਾਡੀ ਸਪੋਰਟਰ ਸੀ, ਬਹੁਤ ਸਟਰੋਂਗ ਸਪੋਰਟਰ। ਉਹ ਕਹਿੰਦੀ ਕਿ ਜਗਮੀਤ ਸਿੰਘ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਜਾਣਾ ਚਾਹੀਦਾ। ਹੁਣ ਤੁਹਾਨੂੰ ਪਤਾ ਹੀ ਆ ਕਿ ਟਰੂਡੋ ਸਰਕਾਰ ਉਖੜੀ ਹੋਈ ਹੈ, ਸਕੈਂਡਲ ਆ ਰਹੇ ਨੇ, ਮਿਨੋਰਿਟੀ ਸਰਕਾਰ ਹੈ, ਤੁਹਾਡੇ ਕੋਲੇ ਕਾਫੀ ਤਾਕਤ ਹੈ ਇਸ ਵੇਲੇ, ਭੰਨ ਤੋੜ ਕਰਕੇ ਤੁਸੀਂ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦੇ? ਜਿਹੜੀ ਇੱਥੇ ਸਿਆਸੀ ਭੰਨ ਤੋੜ ਤੋਂ ਪਿੱਛੋਂ ਤੁਸੀਂ ਪ੍ਰਾਈਮ ਮਿਨਿਸਟਰ ਬਣਨ ਲਈ ਕੋਈ ਉਪਰਾਲਾ ਕਰ ਰਹੇ ਹੋ? ਮੇਰਾ ਸ਼ੁਰੂ ਤੋਂ ਹੀ ਮਕਸਦ ਸੀ ਕਿ ਮੈਂ ਥੋੜ੍ਹੀ ਉਹਨੂੰ ਉਲਟ ਬਣਾਉਣਾ। ਮੇਰਾ ਮਕਸਦ ਹੈ ਕਿ ਲੋਕਾਂ ਦੇ ਵਾਸਤੇ ਆਪਾਂ ਲੋਕਾਂ ਦੇ ਭਲਾ ਵਾਸਤੇ ਕੀ ਕਰ ਸਕਦੇ ਹਾਂ, ਲੋਕਾਂ ਨੂੰ ਸਹਾਇਤਾ ਕਿਵੇਂ ਦੇ ਸਕਦੇ ਹਾਂ, ਤੇ ਉਹ ਲੋਕਾਂ ਦੇ ਸਹਾਇਤਾ ਵਾਸਤੇ ਮੈਂ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਤਾਂ ਕਿ ਲੋਕਾਂ ਦੀ ਮਦਦ ਕੀਤੀ ਜਾਵੇ ਤੇ ਆਪਣੀ ਸਮਾਜ ਦੀ ਮਦਦ ਕੀਤੀ ਜਾਵੇ ਤੇ ਉਹ ਹੋਰ ਵਧੀਆ ਹੋਵੇ। ਸੋ ਉਹ ਮੇਰਾ ਉਪਰਾਲਾ ਆ, ਉਹ ਮੈਂ ਕਰਨਾ ਚਾਹੁੰਦਾ ਲੋਕਾਂ ਵਾਸਤੇ। ਤੇ ਪਰ ਹੁਣ ਤਾਂ ਫਿਰ ਮੌਕਾ, ਇਸ ਮੌਕੇ ਦਾ ਫਾਇਦਾ ਤੁਹਾਨੂੰ ਪਹੁੰਚ ਸਕਦਾ ਜਦ ਸਰਕਾਰ ਜਿਹੜੀ ਡਾਵਾਂਡੋਲ ਆ, ਇਹ ਸਾਰੇ ਹੁਣ ਉਖੜੇ ਹੋਏ ਨੇ, ਪ੍ਰਧਾਨ ਮੰਤਰੀ 'ਤੇ ਵੀ ਦੋਸ਼ ਲੱਗੇ ਹੋਏ ਨੇ, ਤਾਂ ਤੁਹਾਡੇ ਕੋਲ ਗੁੱਡ ਆਪਰਚੁਨਿਟੀ ਉਹਨਾਂ ਨਾਲ ਨੈਗੋਸ਼ੀਏਟ ਕਰਨ ਦੀ। ਜੀ ਆਪਾਂ ਨੈਗੋਸ਼ੀਏਟ ਕਰਦੇ ਰਹੇ ਸ਼ੁਰੂ ਤੋਂ ਹੀ। COVID-19 ਦਾ ਜਦੋਂ ਪੈਂਡੈਮਿਕ ਸ਼ੁਰੂ ਹੋਇਆ, ਜਦੋਂ ਹੀ ਸ਼ੁਰੂ ਹੋਇਆ ਉਸੇ ਸਮਾਂ ਆਪਾਂ ਸ਼ੁਰੂ ਕੀਤਾ ਇਹ ਕੰਮ ਕਿ ਰਿਸਪਾਂਸ ਲੋਕਾਂ ਦੇ ਵਾਸਤੇ ਹੋਵੇ, ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ। ਤੇ ਸਾਨੂੰ ਮਾਣ ਹੈ ਕਿ ਸਾਡੀ ਕਈ ਜਿੱਤ ਪ੍ਰਾਪਤ ਹੋਈ ਲੋਕਾਂ ਵਾਸਤੇ, ਤੇ ਉਹ ਸਾਨੂੰ ਮਾਣ ਮਹਿਸੂਸ ਹੁੰਦਾ। ਪਰ ਮੇਰਾ ਧਿਆਨ ਨਹੀਂ ਹੈਗਾ ਕਿ ਆਪਾਂ ਇਕੱਲੇ ਹੀ ਇਲੈਕਟੋਰਲ ਸੋਚੀਏ, ਇਲੈਕਸ਼ਨ ਬਾਰੇ ਸੋਚੀਏ। ਇਸ ਵਕਤ ਆਪਾਂ ਕ੍ਰਾਈਸਿਸ ਦੇ ਵਿੱਚ ਹੈਗੇ ਹਾਂ, ਪੈਂਡੈਮਿਕ 'ਚ ਹੈਗੇ ਹਾਂ। ਮੇਰਾ ਮੇਨ ਧਿਆਨ ਹੈ ਕਿ ਆਪਾਂ ਕਿਵੇਂ ਨਾ ਕਿਵੇਂ ਧਿਆਨ ਲੋਕਾਂ ਦੇ ਉੱਤੇ ਰੱਖੀਏ। ਨਹੀਂ, ਮੈਂ ਇਲੈਕਸ਼ਨ ਬਾਰੇ ਨਹੀਂ ਕਹਿ ਰਿਹਾ, ਮੈਂ ਤਾਂ ਇਹ ਕਹਿ ਰਿਹਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਜੇ ਪ੍ਰਾਈਮ ਮਿਨਿਸਟਰ ਹੋਵੋ ਤਾਂ ਵੱਧ ਵਧੀਆ ਕੰਮ ਕਰ ਸਕਦੇ ਹੋ। ਹੁਣ ਇਸ਼ੂ ਇਹ ਆ ਕਿ ਜਦੋਂ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ, ਉਦੋਂ ਤੁਸੀਂ ਇੱਕ ਵਾਰੀ ਸਟੇਟਮੈਂਟ ਵੀ ਦਿੱਤੀ ਸੀ ਕਿ ਅਸੀਂ ਲਿਬਰਲ ਸਰਕਾਰ ਨਾਲ ਰਲ ਕੇ, ਲਿਬਰਲ ਜਿਹੜੇ MPs ਨੇ ਤੇ ਟਰੂਡੋ ਨਾਲ ਰਲ ਕੇ ਸਰਕਾਰ ਬਣਾ ਲਓਗੇ, ਗੱਠਜੋੜ ਸਰਕਾਰ ਬਣਾ ਸਕਦੇ ਹੋ। ਸੋ ਉਦੋਂ ਵੀ ਇਹ ਥਾਟ ਸੀਗਾ ਮੇਰੇ ਤੁਹਾਡੇ ਮਨ 'ਚ। ਹੁਣ ਤੁਹਾਡੇ ਕੋਲ ਮੌਕਾ, ਹੁਣ ਕਿਉਂ ਨਹੀਂ ਬਣਾਉਂਦੇ ਕਿ ਮੈਨੂੰ ਪ੍ਰਾਈਮ ਮਿਨਿਸਟਰ ਬਣਾਓ, ਆਓ ਇਕੱਠੇ ਹੋ ਕੇ ਸਰਕਾਰ ਬਣਾਈਏ? ਇੱਦਾਂ ਜੇ ਮੈਨੂੰ ਬਣਾਉਂਦੇ ਨੇ, ਜੇ ਮੈਂ ਤਾਂ ਤਿਆਰ ਹਾਂ ਲੀਡਰਸ਼ਿਪ ਰੋਲ ਪਲੇ ਕਰਨ ਲਈ, ਤੇ ਮੈਂ ਤਿਆਰ ਹਾਂ ਕਿ ਲੋਕਾਂ ਦੇ ਭਲਾ ਵਾਸਤੇ ਕੰਮ ਕਰਨ ਲਈ। ਕੋਈ ਉਪਰਾਲਾ ਹੋਇਆ, ਕੋਈ ਗੱਲ ਹੋਈ ਹੈ? ਨਹੀਂ, ਇੰਨਾ ਸੌਖਾ ਨਹੀਂ ਹੈਗਾ, ਇਹਦਾ ਤਾਂ ਕੋਈ ਆਪਸ਼ਨ ਹੈ ਨਹੀਂ। ਕਦੇ ਇਤਿਹਾਸ ਵਿੱਚ ਕਦੇ ਹੋਇਆ ਨਹੀਂ ਕਿ ਪਾਰਟਨਰਸ਼ਿਪ ਦੇ ਵਿੱਚ ਜਿਹੜੀ ਘੱਟ ਗਿਣਤੀ ਪਾਰਟੀ ਨੂੰ ਕਦੇ ਪ੍ਰਧਾਨ ਮੰਤਰੀ ਬਣਾਇਆ, ਇਹ ਤਾਂ ਕਦੇ ਹੋਇਆ ਨਹੀਂ। ਮੈਂ ਤਿਆਰ ਹਾਂ ਹਰ ਵਕਤ, ਹਰ ਵੇਲੇ। ਜਾਂ ਮੈਂ ਇਹੀ ਗੱਲ ਬੀਬੀ ਜੀ ਨੂੰ ਚਾਹੁੰਦਾ ਸੀ ਤੁਸੀਂ ਦੱਸੋ, ਉਹਨੂੰ ਸੁਣਦੇ ਹੋਣਗੇ, ਉਹਨਾਂ ਨੂੰ ਪਤਾ ਲੱਗ ਸਕੇ। ਅੱਛਾ ਜਗਮੀਤ ਸਿੰਘ ਜੀ, ਇੱਕ ਗੱਲ ਹੋਰ ਦੱਸੋ ਵੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਜਿਹੜਾ ਪ੍ਰੋਰੋਗ ਕੀਤਾ ਹਾਊਸ ਨੂੰ, ਤੁਸੀਂ ਇਸ ਡਿਸੀਜਨ ਨੂੰ ਸਪੋਰਟ ਕਰਦੇ ਹੋ ਜੀ? ਨਹੀਂ, ਗਲਤ ਫੈਸਲਾ ਸੀਗਾ। ਉਹਨੇ ਸ਼ਰੇਆਮ ਇਹ ਫੈਸਲਾ ਲਿਆ ਕਿਉਂਕਿ ਜਿਹੜਾ ਵੀ ਸਕੈਂਡਲ ਦੇ ਵਿੱਚ ਜਿਹੜਾ ਸਬੂਤ ਅੱਗੇ ਆ ਰਿਹਾ ਸੀਗਾ, ਹੋਰ ਤੇ ਹੋਰ ਦਿਖਾ ਰਿਹਾ ਸੀ ਕਿ ਇਹ ਬਿਲਕੁਲ ਨਹੀਂ ਸੀ ਕਿ ਬੱਚਿਆਂ ਦੀ ਕੋਈ ਫਾਇਦੇ ਵਾਸਤੇ,
ਇਹ ਸਿਰਫ ਔਰ ਸਿਰਫ ਲਿਬਰਲ ਗਵਰਨਮੈਂਟ ਦੇ ਨੇੜੇ ਨਜ਼ਦੀਕ ਲੋਕਾਂ ਵਾਸਤੇ ਬੈਨੀਫਿਟ ਸੀ। ਤੇ ਰੀਸੈਂਟਲੀ ਜਿਹੜੇ ਐਵੀਡੈਂਸ ਸਬੂਤ ਜਿਹੜਾ ਨਿਕਲਿਆ ਡਾਕੂਮੈਂਟ 'ਚ ਲਿਖੀ ਨਿਕਲਿਆ ਕਿ ਪ੍ਰਧਾਨ ਮੰਤਰੀ ਆਪ ਇਹ ਬਹਾਨਾ ਕਹਿ ਰਹੇ ਸੀ ਕਿ ਨਹੀਂ ਪਬਲਿਕ ਸੈਕਟਰ ਨੇ ਸਾਨੂੰ ਦੱਸਿਆ ਕਿ ਵੀ ਕੋਲ ਜਾਣਾ, ਪਬਲਿਕ ਸੈਕਟਰ ਦਾ ਇੰਡੀਪੈਂਡੈਂਟ ਫੈਸਲਾ ਸੀਗਾ। ਹੁਣ ਪਤਾ ਚੱਲਿਆ ਡਾਕੂਮੈਂਟਸ ਦੇ ਵਿੱਚ ਤਾਂ ਇੱਦਾਂ ਨਹੀਂ ਸੀਗਾ। ਮੰਤਰੀ ਕਈ ਮੰਤਰੀ ਸਿੱਧੇ ਸੰਪਰਕ ਕਰ ਰਹੇ ਸੀਗੇ ਵੀ ਨੂੰ ਤੇ ਉਹਨੂੰ ਦੱਸ ਰਹੇ ਸੀਗੇ ਕਿ ਤੁਸੀਂ ਆਪ ਆਓ ਐਪਲੀਕੇਸ਼ਨ ਦੇ ਵਿੱਚ, ਤੁਸੀਂ ਆਪ ਆਓ ਤੇ ਫਿਰ ਆਪਾਂ ਪਬਲਿਕ ਸੈਕਟਰ ਨੂੰ ਪੁੱਛਾਂਗੇ ਤੇ ਉਹ ਸਾਨੂੰ ਫਿਰ ਜਵਾਬ ਦੇਣਗੇ ਕਿ ਨਹੀਂ ਵੀ ਸਭ ਤੋਂ ਵਧੀਆ। ਸੋ ਤੁਸੀਂ ਇਹ ਕੁਛ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਵਿੱਚ ਪਾ ਦਿਓ। ਸੋ ਜੇ ਸਰਕਾਰ ਕਹਿੰਦੇ ਨੇ ਕਿ ਨਹੀਂ ਇਹ ਇੰਡੀਪੈਂਡੈਂਟ ਡਿਸੀਜਨ ਸੀ, ਪਰ ਜੇ ਉਸੇ ਸਰਕਾਰ ਨੇ ਜਾ ਕੇ ਉਹ ਸੰਸਥਾ ਨੂੰ ਸਾਰਾ ਕੁਛ ਦੱਸਿਆ ਕਿ ਕੀ ਪਾਉਣਾ ਚਾਹੀਦਾ, ਇੱਕ ਕਿਸਮ ਦਾ ਜਦੋਂ ਕੋਈ ਐਗਜ਼ਾਮ ਦੇ ਰਿਹਾ ਤੇ ਕਹਿੰਦੇ ਕਿ ਨਹੀਂ ਐਗਜ਼ਾਮ ਤਾਂ ਸਾਰੇ ਨੂੰ ਆਪਾਂ ਬਰਾਬਰ ਦਾ ਐਗਜ਼ਾਮ ਦਿੱਤਾ, ਪਰ ਇੱਕ ਬੰਦੇ ਨੂੰ ਸਾਰੇ ਜਵਾਬ ਦਿੱਤੇ ਕਿ ਐਗਜ਼ਾਮ ਤੇ ਕੀ ਲਿਖਿਆ ਹੋਣਾ। ਸੋ ਇਹ ਕੋਈ ਫੇਅਰ ਨਹੀਂ ਸੀਗਾ। ਤੇ ਹੋਰ ਸਾਨੂੰ ਪਤਾ ਲੱਗ ਰਿਹਾ ਕਿ ਇਹ ਇੱਕ ਹੋਰ ਐਗਜ਼ਾਮਪਲ ਆ ਕਿ ਲਿਬਰਲ ਸਰਕਾਰ ਉਹ ਆਪਣੇ ਨਜ਼ਦੀਕ ਬੰਦਿਆਂ ਦੀ ਮਦਦ ਕਰਦੇ, ਜੋ ਉਹ ਆਪਣੇ ਆਪ ਦੀ ਮਦਦ ਕਰਦੇ ਤੇ ਉਸੇ ਸਮੇਂ ਦੇ ਵਿੱਚ ਲੋਕ ਪਰੇਸ਼ਾਨ ਨੇ, ਫਿਕਰ ਕਰਦੇ ਨੇ ਕਿਉਂਕਿ ਕਈ ਲੋਕ ਹੈਗੇ ਜਿਹੜੇ ਵਾਪਸ ਕੰਮ ਤੇ ਨਹੀਂ ਜਾ ਸਕਦੇ, ਜਿਹੜੇ ਲੋਕ ਟੂਰਿਜ਼ਮ ਸੈਕਟਰ 'ਚ ਕੰਮ ਕਰਦੇ, ਜਿਹੜੇ ਲੋਕ ਫੈਸਟੀਵਲ ਦੇ ਵਿੱਚ ਕੰਮ ਕਰਦੇ ਜਿੱਥੇ ਬਹੁਤ ਵੱਡੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਨੇ, ਉਹ ਸਾਰੇ ਕਿਸਮ ਦੇ ਨੌਕਰੀਆਂ ਹਾਲੇ ਫਿਰ ਸ਼ੁਰੂ ਨਹੀਂ ਹੋਣਾ ਕਾਫੀ ਚਿਰ ਵਾਸਤੇ। ਸੋ ਕਿੰਨੇ ਹਜ਼ਾਰ ਬੰਦੇ ਹੋਣਗੇ ਇਸ ਵਕਤ, ਮਿਲੀਅਨਸ ਆਫ ਕੈਨੇਡੀਅਨਸ ਉਹ ਸਰਵ ਵਰਤੇ ਨੇ ਤੇ ਉਹਨੂੰ ਕੋਈ ਕੰਮ ਮਿਲੂਗਾ ਨਹੀਂ। ਸੋ ਲੋਕਾਂ ਦੇ ਭਲਾ ਵਾਸਤੇ ਸਾਨੂੰ ਕੋਈ ਨਾ ਕੋਈ ਉਪਰਾਲਾ ਹੋਣਾ ਚਾਹੀਦਾ ਕਿ EI ਨੂੰ ਐਕਸਪੈਂਡ ਕੀਤਾ ਜਾਵੇ ਕਿਉਂਕਿ ਤੁਸੀਂ ਬਿਲਕੁਲ ਸਹੀ ਹੋ, ਸਿਰਫ 40% ਕੈਨੇਡੀਅਨਸ ਇਸ ਵਕਤ EI ਨੂੰ ਅਪਲਾਈ ਕਰਕੇ ਉਹ ਸ਼ਾਮਲ ਹੋ ਸਕਦਾ। ਸੋ ਕਾਫੀ ਲੋਕਾਂ ਦੀ ਲੋੜਾਂ ਨੇ ਤੇ ਲੋਕਾਂ ਦੀ ਲੋੜਾਂ ਦੇ ਵਿਜੇ ਪੂਰੀ ਕਰਨ ਲਈ ਲਿਬਰਲ ਸਰਕਾਰ ਆਪਣੇ ਆਪ ਦੇ ਕੰਮ ਕਰ ਰਹੇ ਨੇ, ਕਵਰ ਅਪ ਕਰ ਰਹੇ ਨੇ ਤੇ ਉਹ ਆਪਣੇ ਸਕੈਂਡਲ 'ਚ ਫਸੇ ਨੇ। ਉਹ ਤਾਂ ਤੁਹਾਡੀ ਗੱਲ ਠੀਕ ਆ, ਲੇਕਿਨ ਤੁਹਾਡੇ ਤੇ ਬਹੁਤ ਉਮੀਦਾਂ ਲੋਕਾਂ ਨੂੰ ਜਿਹੜੇ ਖਾਸ ਤੌਰ ਤੇ CERB ਸਰਬ ਲੈ ਰਹੇ ਨੇ ਕਿ ਤੁਸੀਂ ਕੋਈ ਨਾ ਕੋਈ ਪ੍ਰਬੰਧ ਕਰੋਗੇ ਕਿਉਂਕਿ ਤੁਹਾਡੀ ਪਾਰਟੀ ਨੇ ਹੀ ਇਹ ਗੱਲ ਕੀਤੀ ਹੈ ਕਿ ਇਸ ਨੂੰ ਯੂਨੀਵਰਸਲ ਬੇਸਿਕ ਇਨਕਮ ਬਣਾ ਦਿੱਤੀ ਜਾਵੇ। ਹੁਣ ਤੁਹਾਡੀ ਟਰੂਡੋ ਨਾਲ ਕੋਈ ਗੱਲਬਾਤ ਹੋਈ ਹੈ ਮਾੜੀ ਮੋਟੀ ਕਿ ਜਦੋਂ ਇਹ ਖਤਮ ਹੋਣਾ ਅਗਲੇ ਮਹੀਨੇ ਸਰਬ ਖਤਮ ਹੋਣ ਤੋਂ ਪਿੱਛੋਂ ਇਹ ਸਾਰੇ ਦੇ ਸਾਰੇ ਲੋਕ EI ਲਈ ਕੁਆਲੀਫਾਈ ਕਰ ਸਕਣ ਤੇ EI ਦੀਆਂ ਸ਼ਰਤਾਂ ਨਰਮ ਕਰ ਦਿੱਤੀਆਂ ਜਾਣ? ਕੋਈ ਇਸ ਤਰ੍ਹਾਂ ਦੀ ਡੀਲ ਹੋਈ ਹੈ ਤੁਹਾਡੀ? ਆਪਾਂ ਇਹ ਮੰਗ ਪੇਸ਼ ਕੀਤੀ ਹੈ ਕਈ ਵਾਰੀ, ਤਕਰੀਬਨ 3-4 ਹਫ਼ਤੇ ਪਹਿਲਾਂ ਆਪਾਂ ਸ਼ੁਰੂ ਕੀਤਾ ਕਿਉਂਕਿ ਸਾਨੂੰ ਪਤਾ ਸੀ ਕਿ ਅਗਸਤ ਦੇ ਐਂਡ ਤੱਕ ਇਹ ਮੁੱਕ ਜਾਣਾ। ਸੋ ਆਪਾਂ ਕਾਫੀ ਨੁਮਾਇੰਦਗੀ ਕਰ ਰਹੇ ਹਾਂ, ਆਪਾਂ ਪੁਸ਼ ਕਰ ਰਹੇ ਹਾਂ, ਜਿਵੇਂ ਪਹਿਲਾਂ ਵੀ ਆਪਾਂ ਪੁਸ਼ ਕਰਦੇ ਰਹੇ ਤੇ ਆਪਾਂ ਲੜ ਕੇ ਜਿਹੜੇ ਲੋਕਾਂ ਵਾਸਤੇ ਜਿੱਤ ਪ੍ਰਾਪਤ ਕੀਤੇ ਨੈਗੋਸ਼ੀਏਟ ਕਰਕੇ। ਸੋ ਆਪਾਂ ਉਸੇ ਤਰੀਕੇ ਨਾਲ ਆਪਾਂ ਆਲਰੇਡੀ ਪ੍ਰੈਸ਼ਰ ਪਾਇਆ ਕਿ ਇਹਨੂੰ ਐਕਸਟੈਂਡ ਹੁਣ। ਜੇ EI ਦਾ ਕੋਈ ਡੀਟੇਲਸ ਉਹਨੇ ਛਾਪਿਆ ਨਹੀਂ, ਕਹਿੰਦੇ ਨੇ ਕਿ EI ਨੂੰ ਐਕਸਪੈਂਡ ਕਰਨਗੇ ਪਰ ਹਾਲੇ ਤੱਕ ਕੋਈ ਡੀਟੇਲਸ ਹੈ ਨਹੀਂ ਕਿ ਸਿਰਫ 2 ਹਫ਼ਤੇ ਰਹਿੰਦੇ। ਸੋ ਆਪਾਂ ਕਿਹਾ ਕਿ ਜੇ ਤੁਸੀਂ ਡੀਟੇਲਸ ਨਹੀਂ ਛਾਪ ਰਹੇ, ਲੋਕ ਹੁਣ ਫਿਕਰ ਕਰ ਰਹੇ ਨੇ, ਘੱਟੋ ਘੱਟ 1 ਮਹੀਨਾ ਵਾਸਤੇ ਐਕਸਟੈਂਡ ਕਰ ਦਿਓ ਸਰਬ ਨੂੰ ਜਦ ਤੱਕ ਤੁਸੀਂ EI ਦਾ ਜਿਹੜੇ ਚੇਂਜਸ ਪੇਸ਼ ਕਰੋ ਤੇ ਫਿਰ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਆਪਾਂ ਭਵਿੱਖ ਦੇ ਵਿੱਚ ਸਾਡੇ ਕੀ ਬਣੂਗਾ। ਉਹ ਸਹਿਮਤ ਨੇ ਐਕਸਟੈਂਡ ਕਰਨ ਲਈ ਜੀ? ਹਾਂ, 2 ਆਪਸ਼ਨ ਨੇ, ਜਾਂ ਤਾਂ ਮੈਨੂੰ ਹੁਣ ਪਤਾ ਨਹੀਂ ਲੱਗਦਾ ਕਿ EI ਦੀ ਐਕਸਪੈਂਸ਼ਨ 2 ਹਫ਼ਤਿਆਂ 'ਚ ਸਾਨੂੰ ਕੋਈ ਡੀਟੇਲਸ ਹੈ ਨਹੀਂ। ਸੋ ਆਪਾਂ ਕਹਿ ਰਹੇ ਹਾਂ ਕਿ ਜੇ ਤੁਸੀਂ EI ਨੂੰ ਐਕਸਪੈਂਡ ਨਹੀਂ ਕਰ ਸਕਦੇ ਤਾਂ ਫਿਰ ਘੱਟੋ ਘੱਟ ਸਰਬ ਨੂੰ ਐਕਸਟੈਂਡ ਕਰ ਦਿਓ 1 ਮਹੀਨਾ ਵਾਸਤੇ ਜਦ ਤੱਕ EI ਦੇ ਚੇਂਜਸ ਲਾਗੂ ਨਾ ਹੋਣ। ਅੱਛਾ ਸਰ ਜਗਮੀਤ ਸਿੰਘ ਜੀ, ਇਹ ਗੱਲ ਸਪਸ਼ਟ ਕਰੋ ਕਿ ਤੁਸੀਂ ਯੂਨੀਵਰਸਲ ਬੇਸਿਕ ਇਨਕਮ ਦੇ ਹੱਕ ਵਿੱਚ ਹੋ। ਤੁਹਾਡੇ ਇੱਕ MP ਨੇ ਮੇਰੇ ਖਿਆਲ ਵਿਨੀਪੈਗ ਦੇ ਨੇ, ਉਹਨਾਂ ਨੇ ਇਹ ਗੱਲਬਾਤ ਕੀਤੀ ਸੀ ਕਿ ਇਹ 2000 ਦੀ ਪੱਕੀ ਇਨਕਮ ਹੀ ਹਰੇਕ ਕੈਨੇਡੀਅਨ ਨੂੰ ਲੱਗ ਜਾਣੀ ਚਾਹੀਦੀ ਹੈ। ਸਾਡਾ ਉਹਦੇ ਵਿੱਚ ਇਹ ਹੈ ਕਿ ਆਪਾਂ ਕੈਂਪੇਨ ਦੇ ਵਿੱਚ ਪੇਸ਼ ਕੀਤਾ ਸੀਗਾ ਸਾਡਾ ਜਿਹੜਾ ਪਲੈਟਫਾਰਮ ਦੇ ਵਿੱਚ ਕਿ ਇਹਦੀ ਇੱਕ ਪਾਇਲਟ ਪ੍ਰੋਜੈਕਟ ਹੋਣੀ ਚਾਹੀਦੀ ਹੈ ਕਿ ਆਪਾਂ ਨੇਸ਼ਨ ਵਾਈਡ ਦੇਖੀਏ ਕਿ ਕਿੱਦਾਂ ਚੱਲ ਸਕਦਾ। ਆਪਣਾ 2 ਆਪਸ਼ਨਸ ਹੈਗੇ। ਇੱਕ ਤਾਂ ਆਪਾਂ ਕਹਿੰਦੇ ਹਾਂ ਕਿ ਜਿਹੜੇ ਲੋੜਵੰਦ ਲੋਕ ਨੇ, ਜੇ ਆਪਾਂ ਲੋੜਵੰਦ ਬੰਦਿਆਂ ਨੂੰ ਕੁਛ ਗੈਰੰਟੀਡ ਮਿਨੀਮਮ ਇਨਕਮ ਦੇਈਏ ਤਾਂ ਉਹਦੇ ਵਿੱਚ ਜਿਹੜਾ ਹਾਲੇ ਤੱਕ ਥੋੜ੍ਹਾ ਜਿਹਾ ਐਵੀਡੈਂਸ ਹੈਗਾ ਕਿ ਉਹਦੇ ਵਿੱਚ ਐਕਚੁਅਲੀ ਸਰਕਾਰਾਂ ਨੂੰ ਸੇਵਿੰਗਸ ਮਿਲਦੀ ਹੈ। ਇਹਦੇ ਨਾਲ ਕੀ ਹੁੰਦਾ ਕਿ ਉਹ ਜਿਹੜੇ ਪਰਿਵਾਰ ਨੇ ਆਪਣੇ ਬੱਚਿਆਂ ਦੇ ਸਹੂਲਤਾਂ, ਬੱਚਿਆਂ ਦੇ
ਜਿਹੜਾ ਖਾਣਾ ਸਪਲਾਈਜ਼ ਸਕੂਲਸ ਔਰ ਰਿਸੋਰਸਿਸ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਆਊਟਕਮਸ ਨੇ ਉਹ ਚੰਗੇ ਹੁੰਦੇ ਨੇ, ਵਧੀਆ ਹੁੰਦੇ ਨੇ। ਸੋ ਆਪਾਂ ਉਹਨੂੰ ਸਟੱਡੀ ਕਰਨਾ ਚਾਹੁੰਦੇ ਹਾਂ। ਆਲਰੇਡੀ ਆਪਾਂ ਦੇਖਿਆ ਕਿ ਸਰਬ ਨੇ ਕਿੰਨੇ ਮਿਲੀਅਨਸ ਆਫ ਕੈਨੇਡੀਅਨਸ ਨੂੰ ਪੈਦਾ ਕੀਤਾ ਤੇ ਉਹਨਾਂ ਦੀ ਸਿਚੁਏਸ਼ਨ ਸਰਵ ਕਰਕੇ ਹੀ ਠੀਕ ਰਿਹਾ ਔਖੇ ਸਮੇਂ ਦੇ ਵਿੱਚ। ਸੋ ਆਪਾਂ ਓਪਨ ਆ ਤੇ ਐਗਜ਼ੈਕਟਲੀ ਕਿੱਦਾਂ ਹੋਣਾ ਚਾਹੀਦਾ ਹਲੇ ਆਪਾਂ ਸਟੱਡੀ ਕਰ ਰਹੇ ਹਾਂ। ਅੱਛਾ, ਇੱਕ ਗੱਲ ਜ਼ਰੂਰ ਦੱਸ ਕੇ ਜਾਓ ਜੀ, ਕਿਉਂਕਿ ਲੋਕ ਇਸ ਗੱਲ ਨੂੰ ਜਾਣਨਾ ਚਾਹੁੰਦੇ ਆ ਜਿਹੜੇ ਸਰਬ ਲੈ ਰਹੇ ਆ ਕਿ ਹੁਣ ਜੇ ਸਰਬ ਦਾ ਐਕਸਟੈਂਸ਼ਨ ਨਾ ਹੋਈ 1 ਮਹੀਨੇ ਦੀ ਤਾਂ ਫਿਰ EI ਦੇ ਰੂਲ ਨਰਮ ਹੋ ਜਾਣਗੇ। ਕਿਹਦੀ ਵੱਧ ਸੰਭਾਵਨਾ ਹੈ ਐਕਸਟੈਂਡ ਹੋਣ ਦੀ ਆ? ਸਰਬ ਦਾ ਜਿਹੜਾ 1 ਮਹੀਨਾ ਹੋਰ ਵਧੇਗਾ ਜਾਂ ਕਿ ਜਿਹੜਾ ਦੂਸਰਾ ਤੁਸੀਂ ਸ਼ਰਤ ਰੱਖੀ ਆ ਕਿ EI ਹੋਰ ਸੌਖੀ ਕਰ ਦਿੱਤੀ ਜਾਏ? ਇਹਨਾਂ 'ਚੋਂ ਕਿਹੜਾ ਪੋਸੀਬਲ ਆਪਸ਼ਨ ਹੈ ਔਰ ਕਦੋਂ ਫੈਸਲਾ ਹੋ ਜਾਏਗਾ? ਸੋ ਇਹ ਲਿਬਰਲ ਸਰਕਾਰ ਦੇ ਹੱਥ 'ਚ ਹੈ, ਕਿਉਂਕਿ ਆਪਾਂ ਦੋ ਹੀ ਸ਼ਰਤ ਰੱਖੇ, ਜਾਂ ਤਾਂ ਇੱਕ ਕਰੋ ਤਾਂ ਦੂਜੇ ਕਰੋ, ਪਰ ਉਹ ਹਾਲੇ ਧਿਆਨ ਸਿਰਫ ਆਪਣੇ ਆਪ 'ਤੇ ਦੇ ਰਹੇ ਨੇ, ਪ੍ਰੋਰੋਗ ਕਰ ਰਹੇ ਨੇ। ਜਿੱਥੇ ਸਾਨੂੰ ਜਾਣਾ ਚਾਹੀਦਾ ਸੀਗਾ ਉੱਥੇ ਆਪਾਂ ਪ੍ਰੈਸ਼ਰ ਪਾਉਂਦੇ ਹੋਰ ਸਰਕਾਰ ਦੇ ਉੱਤੇ, ਪਰ ਉਹਨਾਂ ਨੇ ਲਿਬਰਲ ਸਰਕਾਰ ਨੇ ਪ੍ਰੋਰੋਗ ਕੀਤਾ। ਉਹ ਜਿਹੜੀ ਕਮੇਟੀ ਰਿਸਰਚ ਕਰ ਰਹੇ ਨੇ ਕਿ ਇਹਦੇ ਵਿੱਚ ਕੀ ਹੋ ਰਿਹਾ ਉਹਨੂੰ ਬੰਦ ਕੀਤੇ ਤੇ ਆਪਾਂ ਪ੍ਰੈਸ਼ਰ ਪਾ ਰਹੇ ਹਾਂ ਕਿ ਹੁਣ 2 ਹੀ ਹਫ਼ਤੇ ਰਹਿੰਦੇ ਨੇ, ਕੁਛ ਨਾ ਕੁਛ ਲੋਕਾਂ ਨੂੰ ਦੱਸੋ। ਮੈਂ ਕਈ ਵਾਰੀ ਸਵਾਲ ਵੀ ਪੁੱਛਿਆ ਡਾਇਰੈਕਟਲੀ ਮੰਤਰੀਆਂ ਨੂੰ, ਪ੍ਰਧਾਨ ਮੰਤਰੀ ਨੂੰ ਕਿ ਹੁਣ ਕੁਛ ਕਰੋ, ਤੇ ਹਾਲੇ ਤੱਕ ਉਹਨਾਂ ਨੇ ਕੀਤਾ ਨਹੀਂ। ਉਹ ਸਰਕਾਰ ਨੇ, ਉਹਨਾਂ ਕੋਲ ਪੂਰੀ ਪਾਵਰ ਹੈ। ਮੈਂ ਕਿਹਾ ਕਿ ਜੇ ਤੁਹਾਨੂੰ ਕੋਈ ਵੋਟ ਦੀ ਲੋੜ ਆ ਆਪਾਂ ਤਿਆਰ ਹਾਂ, ਪਰ ਕੁਛ ਕਰੋ। ਲੋਕ ਇਸ ਵਕਤ ਬੜੇ ਪਰੇਸ਼ਾਨ, ਬੜੀ ਫਿਕਰ ਕਰਦੇ ਨੇ, ਤੇ ਕੁਛ ਕਰੋ। ਦੋਨਾਂ ਆਪਸ਼ਨ 'ਚੋਂ ਕੁਛ ਨਾ ਕੁਛ ਕਰੋ ਕਿਉਂਕਿ ਲੋਕਾਂ ਨੂੰ ਲੋੜ ਹੈ। ਅਖੀਰ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ, ਹੁਣ 23 ਸਤੰਬਰ ਨੂੰ ਜਦੋਂ ਪ੍ਰੋਰੋਗ ਪੀਰੀਅਡ ਖਤਮ ਹੋ ਜਾਣਾ, ਦੁਬਾਰਾ ਫੇਰ ਥਰੋਨ ਸਪੀਚ ਹੋਣੀ ਆ, ਤਾਂ ਉਸ ਤੋਂ ਪਿੱਛੋਂ ਹੋ ਸਕਦਾ ਕੰਜ਼ਰਵੇਟਿਵ ਪਾਰਟੀ ਤੇ ਬਲਾਕ ਵਾਲੇ ਸਰਕਾਰ ਨੂੰ ਸੁੱਟਣ ਲਈ ਮਤਾ ਪੇਸ਼ ਕਰਨ, ਨੋ ਕਾਨਫੀਡੈਂਸ ਦਾ, ਬੇਭਰੋਸਗੀ ਦਾ ਮਤਾ ਪੇਸ਼ ਕਰਨ। ਤੁਸੀਂ ਟਰੂਡੋ ਨਾਲ ਖੜੋਗੇ ਜਾਂ ਕਿ ਵਿਰੋਧੀ ਪਾਰਟੀਆਂ ਨਾਲ ਖੜੋਗੇ? ਆਪਾਂ ਫੈਸਲਾ ਨਹੀਂ ਲਿਆ। ਆਪਾਂ ਦੇਖੋਗੇ ਕਿ ਹੁਣ ਅਗਲੇ ਹਫ਼ਤਿਆਂ 'ਚ ਕੀ ਕਰਦੇ ਨੇ। ਆਪਾਂ ਕਈ ਸ਼ਰਤ ਰੱਖੇ ਤੇ ਆਪਾਂ ਦੇਖਾਂਗੇ ਕਿ ਜੇ ਸਾਡੇ ਸ਼ਰਤ ਮੰਨਦੇ ਨੇ ਕਿ ਨਹੀਂ, ਤੇ ਡਿਪੈਂਡ ਕਰਦਾ ਆ। ਮੈਂ ਪਹਿਲਾਂ ਸਾਰਾ ਐਵੀਡੈਂਸ ਤੋਂ ਪਹਿਲਾਂ ਜਾਂ ਉਹਨਾਂ ਦੀ ਸਾਡੇ ਸ਼ਰਤਾਂ ਮੰਨਣ ਤੋਂ ਪਹਿਲਾਂ ਮੈਂ ਫੈਸਲਾ ਨਹੀਂ ਲੈਣਾ ਚਾਹੁੰਦਾ, ਪਰ ਮੈਂ ਇਹ ਕਹਿ ਸਕਦਾ ਕਿ ਜੇ ਲਿਬਰਲ ਸਰਕਾਰ ਐਵੇਂ ਕੰਟੀਨਿਊ ਰਹਿੰਦੇ ਨੇ ਕਿ ਆਪਣੇ ਆਪ ਦੀ ਫਿਕਰ ਕਰਦੇ ਤੇ ਲੋਕਾਂ ਨੂੰ ਭੁੱਲਦੇ ਨੇ, ਜੇ ਇੱਦਾਂ ਕੰਟੀਨਿਊ ਕਰਦੇ ਨੇ ਸਕੈਂਡਲ 'ਚ ਫਸਣਾ, ਫਿਰ ਆਪਾਂ ਸਾਰੀ ਆਪਸ਼ਨਸ ਦੇਖਣ ਨੂੰ ਤਿਆਰ ਹਾਂ। ਪਰ ਮੇਰਾ ਮੇਨ ਫੋਕਸ ਹੈ ਕਿ ਮੈਂ ਸਰਕਾਰ ਨੂੰ ਸੁੱਟਣ ਦਾ ਮੇਰਾ ਫੋਕਸ ਨਹੀਂ ਹੈਗਾ, ਮੈਂ ਲੋਕਾਂ ਦਾ ਭਲਾ ਵਾਸਤੇ ਕੰਮ ਕਰਨਾ ਚਾਹੁੰਦਾ। ਸੋ ਜਿਸੇ ਤਰੀਕੇ ਨਾਲ ਆਪਾਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕਦੇ। ਇਹ ਬਹੁਤ ਵਧੀਆ ਗੱਲ ਤੁਹਾਡੀ ਜੀ, ਇਹ ਬਹੁਤ ਗੋਲਡਨ ਪ੍ਰਿੰਸੀਪਲ ਆ ਤੁਹਾਡਾ। ਤੁਸੀਂ ਸਰਕਾਰ ਸੁੱਟਣ ਦੇ ਹੱਕ ਵਿੱਚ ਨਹੀਂ, ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹੋ। ਜੇ ਉਹ ਤੁਹਾਡੀ ਤਜਵੀਜ਼ ਨਹੀਂ ਮੰਨਦੇ, ਨਾ ਤਾਂ ਉਹ ਸਰਵ ਐਕਸਟੈਂਡ ਕਰਦੇ ਆ ਅਤੇ ਨਾ ਹੀ ਉਹ EI ਦੇ ਕੋਈ ਅਸੂਲ ਨਰਮ ਕਰਦੇ ਆ, ਫਿਰ ਤੁਹਾਡੀ ਕੀ ਪੋਜੀਸ਼ਨ ਹੋਏਗੀ? ਫਿਰ ਆਪਾਂ ਹੀ ਕਿਹਾ ਕਿ ਆਪਾਂ ਸਾਰੀ ਆਪਸ਼ਨਸ ਦੇਖਣ ਨੂੰ ਤਿਆਰ ਹੈ ਤੇ ਸਾਰੇ ਆਪਸ਼ਨਸ ਔਨ ਦਾ ਟੇਬਲ ਨੇ ਸਾਡੇ ਲਈ, ਇਨਕਲੂਡਿੰਗ ਸਰਕਾਰ ਨੂੰ ਸੁੱਟਣ ਲਈ। ਸਾਰੇ ਆਪਸ਼ਨਸ, ਕੋਈ ਵੀ ਸਾਰੇ ਆਪਸ਼ਨਸ ਆਪਾਂ ਤਿਆਰ ਹੈ, ਕਿਉਂਕਿ ਜੇ ਉਹ ਲੋਕਾਂ ਦੇ, ਜੇ ਆਪਣਾ ਵਿਜ਼ਨ ਜੋ ਲੋਕਾਂ ਦੀ ਭਲਾ ਵਾਸਤੇ ਵਿਜ਼ਨ ਹੈ, ਜੇ ਉਹ ਪੂਰੀ ਨਹੀਂ ਹੋ ਸਕਦਾ ਤਾਂ ਫਿਰ ਆਪਾਂ ਕੰਡੀਸ਼ਨਸ ਨੂੰ ਸਾਨੂੰ ਚੇਂਜ ਕਰਨੇ ਪੈਣਗੇ ਜਦ ਤੱਕ ਆਪਾਂ ਉਹ ਚੇਂਜਸ ਲੈ ਕੇ ਆ ਸਕਦੇ। ਸਰ ਜਗਮੀਤ ਸਿੰਘ ਜੀ, ਅਖੀਰ 'ਚ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ? ਮੈਂ ਸਾਰੇ ਸੁਣਨ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ, ਬਹੁਤ ਮਿਹਰਬਾਨੀ, ਤੁਸੀਂ ਸਪੋਰਟ ਕਰਦੇ ਹੋ। ਮੈਨੂੰ ਪਤਾ ਕਿ ਇਹ ਔਖਾ ਸਮਾਂ ਹੈਗਾ, ਲੋਕ ਫਿਕਰ ਕਰ ਰਹੇ ਨੇ। ਤੁਸੀਂ ਮੇਰੇ 'ਚ ਉਮੀਦ ਰੱਖ ਸਕਦੇ ਹੋ ਕਿ ਹਰ ਵਕਤ ਹਰ ਵੇਲੇ ਮੈਂ ਤੁਹਾਡੇ ਲਈ ਹਾਜ਼ਰ ਹਾਂ ਤੇ ਤੁਹਾਡੇ ਹੱਕਾਂ ਵਾਸਤੇ, ਤੁਹਾਡੇ ਲੋੜਾਂ ਵਾਸਤੇ ਮੈਂ ਪੂਰੀ ਨੁਮਾਇੰਦਗੀ, ਪੂਰੀ ਲੜਾਈ ਜਾਰੀ ਰੱਖ ਰਿਹਾ ਜੀ। ਜਗਮੀਤ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਲਈ। ਥੈਂਕ ਯੂ। ਫਿਰ ਵੀ ਤੁਹਾਡੇ ਨਾਲ ਗੱਲਬਾਤ ਹੋਏਗੀ। ਜ਼ਰੂਰ ਜੀ, ਮਿਹਰਬਾਨੀ ਜੀ, ਸ਼ੁਕਰੀਆ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.